Hello everyone, welcome you all in your own channel Learn Everything. So ਅਸੀਂ ਕਰ ਰਹੇ ਸੀ ਫਿਜ਼ਿਕਸ ਦਾ statistical physics ਜਿਹਦੇ ਵਿੱਚ ਲਾਸਟ ਟੌਪਿਕ ਹੈ that is comparison between MB, BE and FD, that means Maxwell Boltzmann, Bose-Einstein and Fermi-Dirac. ਲਾਸਟ ਸਿਲੇਬਸ ਦੇ ਵਿੱਚ ਦੇਖੋ ਮੈਂਸ਼ਨ ਕੀਤਾ ਹੋਇਆ ਹੈ ਸਪੈਸ਼ਲ ਲਿਖ ਕੇ ਕਿ ਕੰਪੈਰੀਜ਼ਨ ਇਹਦੇ ਵਿੱਚ ਜਿਹੜਾ ਹੈਗਾ ਆ ਕਲੀਅਰ। ਸੋ ਤੁਸੀਂ ਦੇਖ ਸਕਦੇ ਹੋ ਸਿਲੇਬਸ 'ਚ ਹੁਣ ਅਸੀਂ ਕਰਾਂਗੇ ਬਹੁਤ ਜ਼ਿਆਦਾ ਇੰਪੋਰਟੈਂਟ ਬੰਦਾ ਇਹ ਵਾਲਾ ਟੌਪਿਕ। ਇਹ 'ਚੋਂ ਕੁਐਸਚਨ ਬਿਲਕੁਲ ਐਕਸਪੈਕਟ ਕੀਤਾ ਜਾ ਸਕਦਾ ਹੈ ਕਿਉਂਕਿ ਕਿਤੇ ਨਾ ਕਿਤੇ ਇਸ ਲੈਸਨ ਜਿਹੜਾ ਇਹਦਾ ਕਨਕਲੂਜਨ ਇਹਦੇ ਵਿੱਚ ਕੱਢ ਕੇ ਰੱਖਿਆ ਹੋਇਆ ਹੈ। ਸੋ 3 ਤਰ੍ਹਾਂ ਦੀ ਸਟੈਟਿਕਸ ਹੁੰਦੀ ਹੈ ਸਾਡੇ ਕੋਲ, ਠੀਕ ਆ, which can be compared in term of different characteristics as follows। ਹੁਣ ਅਸੀਂ ਕਰਾਂਗੇ ਇਹਨਾਂ ਨੂੰ। ਸਭ ਤੋਂ ਪਹਿਲੇ ਉਹਦੇ ਵਿੱਚ ਆਉਂਦਾ ਪਿਆ ਨੇਚਰ ਆਫ ਪਾਰਟੀਕਲ। ਸਭ ਤੋਂ ਪਹਿਲਾਂ ਕੀ ਆ ਰਿਹਾ ਨੇਚਰ ਆਫ ਪਾਰਟੀਕਲ। ਦੇਖੋ ਜਿਹੜੇ ਤਾਂ ਹੁੰਦੇ ਐਮਬੀ ਸਟੈਟਿਕਸ ਨੂੰ ਓਬੇ ਕਰਦੇ ਪਾਰਟੀਕਲ ਉਹ ਮੇ ਬੀ ਆਇਡੈਂਟੀਕਲ ਬਟ ਕੰਸੀਡਰਡ ਕੀਤਾ ਜਾਂਦੇ ਐਜ਼ ਅ ਡਿਸਟਿੰਗੁਇਸ਼ਬਲ। ਜਿਹਨਾਂ ਨੇ ਪ੍ਰੀਵੀਅਸ ਵੀਡੀਓਜ਼ ਦੇਖੀ ਉਹਨਾਂ ਨੂੰ ਮੈਂ ਆਲਰੇਡੀ ਕਰਵਾ ਚੁੱਕੀ ਹਾਂ ਕਿ ਇਹਦੇ ਵਿੱਚ ਜਿਹੜੇ ਪਾਰਟੀਕਲ ਡਿਸਟਿੰਗੁਇਸ਼ਬਲ ਆ ਨਾ, ਜਿਹਦੇ ਵਿੱਚ ਆਪਾਂ ਅਲੱਗ-ਅਲੱਗ ਬਣਾਏ ਸੀ ਤਾਂ ਜਿੱਦਾਂ ਏ ਬੀ ਪਾਰਟੀਕਲ ਸੀਗੇ ਏ ਬੀ ਏ ਇੱਦਾਂ ਕਰਕੇ 2⁻n ਯਾਨੀ 2 ਕੰਪਾਰਟਮੈਂਟ ਦੇ ਵਿੱਚ ਸਾਡੇ ਕੋਲ 4 ਟੋਟਲ ਅਰੇਂਜਮੈਂਟਸ ਬਣੀਆਂ ਸੀਗੀਆਂ ਹੈ ਨਾ, ਯਾਦ ਹੋਵੇ ਤੁਹਾਨੂੰ। ਸੋ ਇਹਦੇ ਵਿੱਚ ਪਾਰਟੀਕਲ ਹੁੰਦੇ ਆ ਡਿਸਟਿੰਗੁਇਸ਼ਬਲ ਅਤੇ ਜਿਹੜਾ ਹੁੰਦਾ ਸਾਡੇ ਕੋਲ BE ਐਂਡ FD ਉਹਨੂੰ ਜਿਹੜੇ ਪਾਰਟੀਕਲ ਓਬੇ ਕਰਦੇ ਆ ਉਹ ਹੁੰਦੇ ਇਨਡਿਸਟਿੰਗੁਇਸ਼ਬਲ। ਮਤਲਬ ਜੇ ਪਹਿਲਾ ਪਾਰਟੀਕਲ A ਆ ਦੂਸਰਾ ਵੀ A ਆਪਾਂ ਉਹਨਾਂ ਨੂੰ ਡਿਸਟਿੰਗੁਇਸ਼ਬਲ ਨਹੀਂ ਕਰ ਸਕਦੇ। ਕਲੀਅਰ ਜੀ। MB ਦੇ ਵਿੱਚ ਜਿਹੜੇ ਪਾਰਟੀਕਲਸ ਆ ਕੀ ਹੁੰਦੇ ਆ ਡਿਸਟਿੰਗੁਇਸ਼ਬਲ ਐਂਡ BE ਐਂਡ FD ਦੇ ਵਿੱਚ ਪਾਰਟੀਕਲਸ ਕੀ ਹੁੰਦੇ ਆ ਇਨਡਿਸਟਿੰਗੁਇਸ਼ਬਲ। ਫਸਟ ਪੁਆਇੰਟ। ਸੈਕਿੰਡ ਪੁਆਇੰਟ ਅਸੀਂ ਦੇਖਦੇ ਹਾਂ। ਸੈਕਿੰਡ ਪੁਆਇੰਟ ਦੇ ਵਿੱਚ ਉਹ ਗੱਲ ਕਰਦਾ ਆ ਸਾਈਜ਼ ਆਫ ਫੇਸ ਸਪੇਸ ਲੈਟਿਸ। ਸਾਈਜ਼ ਦੀ ਗੱਲ ਕਰਦਾ ਹੈ ਨਾ, ਜਿਹੜਾ ਸਾਈਜ਼ ਆ ਉਹਦੇ ਵਿੱਚ ਫੇਸ ਸਪੇਸ ਲੈਟਿਸ ਦਾ। MB ਦੇ ਕੇਸ ਦੇ ਵਿੱਚ ਕੀ ਹੁੰਦਾ ਜਿਹੜਾ ਅਵੇਲੇਬਲ ਵੋਲਿਊਮ ਹੁੰਦਾ ਫੇਸ ਸਪੇਸ ਸੈੱਲ ਦਾ ਕੈਨ ਬੀ ਐਨੀ ਵੈਲਿਊ ਐਂਡ ਕੈਨ ਅਪਰੋਚ 0, ਈਵਨ 0 ਨੂੰ ਵੀ ਅਪਰੋਚ ਕਰ ਸਕਦਾ, ਮਤਲਬ ਕੋਈ ਵੀ ਵੈਲਿਊ ਲੈ ਸਕਦਾ। ਬਟ BE FD ਦੇ ਕੇਸ 'ਚ ਇੱਦਾਂ ਨਹੀਂ ਹੁੰਦਾ। ਜਿਹੜਾ ਵੋਲਿਊਮ ਹੁੰਦਾ ਨਾ ਫੇਸ ਸੈੱਲ ਲਈ ਅਵੇਲੇਬਲ ਉਹ ਕਦੀ ਵੀ ਲੈਸ ਦੈਨ ਨਹੀਂ ਹੋ ਸਕਦਾ h² ਤੋਂ। h ਕੀ ਹੈ ਤੁਹਾਨੂੰ ਪਤਾ, ਪਲੈਂਕ ਕੌਂਸਟੈਂਟ। ਇਹਦੇ ਕੇਸ ਤਾਂ ਬਹੁਤ ਜਿੰਨਾ ਘੱਟ ਕਰਨਾ ਕਰ ਲਓ 0 ਤੱਕ ਵੀ ਅਪਰੋਚ ਹੋ ਸਕਦਾ, ਬਟ ਇਹਦੇ ਕੇਸ ਇਟ ਕੈਨ ਨਾਟ ਬੀ ਲੈਸ ਦੈਨ h²। ਠੀਕ ਹੈ ਜੀ, h² ਤੋਂ ਘੱਟ ਨਹੀਂ ਹੋ ਸਕਦਾ। ਨੈਕਸਟ ਪੁਆਇੰਟ 'ਤੇ ਮੂਵ ਔਨ ਕਰਦੇ ਹਾਂ। ਥਰਡ ਪੁਆਇੰਟ ਇਜ਼ ਨੰਬਰ ਆਫ ਫੇਸ ਸਪੇਸ ਸੈੱਲ ਦੀ ਗੱਲ ਕੀਤੀ ਹੈ। ਜੇ ਤਾਂ ਅਸੀਂ ਗੱਲ ਕਰੀਏ MB ਸਟੈਟਿਕਸ ਦੀ, ਜਿਹੜੇ ਫੇਸ ਸੈੱਲ ਆ ਉਹਨੂੰ ਡਿਵਾਈਡ ਕੀਤਾ ਜਾ ਸਕਦਾ ਲਾਰਜ ਨੰਬਰ ਆਫ ਸੈੱਲ ਐਜ਼ ਵੀ ਡਿਜ਼ਾਇਰ, ਜਿੰਨਾ ਚਾਹੋ। ਜਿੱਦਾਂ ਪਿੱਛੇ ਸੀਗਾ ਨਾ ਕਿ ਆਪਾਂ ਅਪਰੋਚ ਕਰ ਸਕਦੇ ਜਿਹਨੂੰ ਇੱਦਾਂ ਇਹਨਾਂ ਨੂੰ ਡਿਵਾਈਡ ਕਿੰਨੇ 'ਚ ਕੀਤਾ ਸਕਦਾ ਲਾਰਜ ਨੰਬਰ ਆਫ ਸੈੱਲ ਜਿੰਨੀ ਤੁਹਾਡੀ ਡਿਜ਼ਾਇਰ ਹੈਗੀ ਆ। ਬਟ FE ਤੇ BE ਤੇ FD 'ਚ ਨਹੀਂ ਇੱਦਾਂ ਹੁੰਦਾ। ਇਹਦੇ ਵਿੱਚ ਜਿਹੜੇ ਫੇਸ ਸੈੱਲ ਆ ਉਹਨੂੰ ਡਿਵਾਈਡ ਕਰ ਸਕਦੇ ਕਿਸੇ ਲਿਮਿਟਡ ਵੈਲਿਊ ਤੱਕ ਜਿੰਨਾ ਅਵੇਲੇਬਲ ਵੋਲਿਊਮ ਅਤੇ ਤੁਹਾਨੂੰ ਪਤਾ ਉਹ ਲੈਸ ਦੈਨ h³ ਨਹੀਂ, ਉਹਦੇ ਵਿੱਚ h² ਸੀਗਾ, ਇਹਦੇ ਵਿੱਚ h³ ਇਹ ਲੈਸ ਨਹੀਂ ਹੋ ਸਕਦਾ। ਮਤਲਬ ਇਹਦੀ ਇੱਕ ਲਿਮਿਟ ਆ, ਤੁਸੀਂ ਡਿਵਾਈਡ ਜਿਹੜੇ ਫੇਸ ਸੈਲਸ ਨੂੰ ਡਿਵਾਈਡ ਕਰਨਾ ਇੱਕ ਲਿਮਿਟ ਤੱਕ ਡਿਵਾਈਡ ਕਰ ਸਕਦੇ। ਇੱਥੇ ਤਾਂ ਜਿੰਨੇ ਮਰਜ਼ੀ ਲਾਰਜ ਨੰਬਰ ਆਫ ਮਤਲਬ ਡਿਵਾਈਡ ਕਰ ਸਕਦੇ ਇਨਟੂ ਦ ਲਾਰਜ ਨੰਬਰ ਆਫ ਸੈੱਲ ਕਿਸੇ ਵੀ ਫੇਸ ਨੂੰ ਨਾ, ਬਟ ਇਹਦੇ ਵਿੱਚ ਜਿਹੜਾ ਫੇਸ ਸਪੇਸ ਆ ਉਹਨੂੰ ਤੁਸੀਂ ਇੱਕ ਲਿਮਿਟਡ ਵੈਲਿਊ ਤੱਕ ਜਿੰਨਾ ਅਵੇਲੇਬਲ ਵੋਲਿਊਮ ਉੱਥੇ ਤੱਕ ਹੀ ਕਰ ਸਕਦੇ। ਠੀਕ ਹੈ ਜੀ, ਸਾਨੂੰ ਪਤਾ ਅਵੇਲੇਬਲ ਵੋਲਿਊਮ ਲੈਸ ਦੈਨ h³ ਨਹੀਂ ਹੋ ਸਕਦਾ। ਸੋ ਇਹਦੇ ਵਿੱਚ ਇੱਕ ਲਿਮਿਟਡ ਵੈਲਿਊ ਆ। ਅੱਗੇ ਹੈਗਾ ਨੰਬਰ ਆਫ ਪਾਰਟੀਕਲ ਇਨ ਅ ਸੈੱਲ। ਹੁਣ ਇੱਥੇ ਹੁਣ ਇਹ ਇਕੱਠੇ ਹੋ ਗਏ MB ਐਂਡ BE ਦੇ ਵਿੱਚ ਐਨੀ ਨੰਬਰ ਆਫ ਪਾਰਟੀਕਲ ਕੈਨ ਆਕੂਪਾਈ ਫੇਸ ਸਪੇਸ, ਮਤਲਬ ਕੋਈ ਵੀ ਪਾਰਟੀਕਲ ਆਕੂਪਾਈ ਕਰ ਸਕਦਾ ਹੈ। ਠੀਕ ਹੈ, ਬਟ FD ਦੇ ਕੇਸ ਤੁਹਾਨੂੰ ਯਾਦ ਹੋਵੇ ਫੇਸ ਸਪੇਸ ਸੈੱਲ ਕੈਨ ਕੰਟੇਨ ਮੋਰ ਦੈਨ 1 ਪਾਰਟੀਕਲ। ਠੀਕ ਹੈ, ਮਤਲਬ ਕੀ ਉਹਨੇ ਦੱਸਿਆ ਕਿ ਜਿਹੜਾ MB ਤੇ BE ਸਟੈਟਿਕਸ ਆ ਉਹਦੇ ਵਿੱਚ ਤਾਂ ਐਨੀ ਨੰਬਰ ਆਫ ਪਾਰਟੀਕਲ ਆਕੂਪਾਈ ਕਰ ਸਕਦੇ ਆ ਫੇਸ ਸਪੇਸ ਸੈੱਲ ਦੇ ਵਿੱਚ, ਬਟ FD ਸਟੈਟਿਕਸ ਦੇ ਵਿੱਚ ਜਿਹੜੇ ਫੇਸ ਸਪੇਸ ਸੈੱਲ ਆ ਉਹ ਕੈਨ ਕੰਟੇਨ ਮੋਰ ਦੈਨ 1 ਪਾਰਟੀਕਲ। ਠੀਕ ਹੈ, ਇਹਦੇ ਵਿੱਚ ਮੋਰ ਦੈਨ 1 ਪਾਰਟੀਕਲ ਹੋ ਸਕਦੇ, ਇਹਦੇ ਵਿੱਚ ਐਨੀ ਨੰਬਰ ਆਫ ਪਾਰਟੀਕਲ ਜਿਹੜੇ ਆਕੂਪਾਈ ਕਰ ਸਕਦੇ ਆ ਫੇਸ ਸਪੇਸ ਸੈੱਲ। ਠੀਕ ਹੈ ਜੀ, ਸੌਰੀ ਇਹਦੇ ਵਿੱਚ ਆਏਗਾ ਕਿ FD ਦੇ ਵਿੱਚ ਮੋਰ ਦੈਨ 1 ਨਹੀਂ ਹੋ ਸਕਦੇ। ਦੇਖੋ ਜਿੱਦਾਂ ਯਾਦ ਹੋਵੇ ਤੁਹਾਨੂੰ ਇਹਦੇ ਵਿੱਚ ਕਿੰਨੀਆਂ ਪੋਸੀਬਲ ਅਰੇਂਜਮੈਂਟ ਬਣੀਆਂ ਸੀ, ਮਤਲਬ ਕਿ ਉਹਦੇ ਵਿੱਚ ਵੱਧ ਤੋਂ ਵੱਧ ਇੱਕ ਤਰ੍ਹਾਂ ਦਾ ਪਾਰਟੀਕਲ, ਮਤਲਬ ਇੱਕ ਪਾਸੇ 2 ਪਾਰਟੀਕਲ ਨਹੀਂ ਆ ਸਕਦੇ, ਅਲੱਗ-ਅਲੱਗ ਹੁੰਦੇ ਸੀ ਨਾ, ਜਾਂ 0A ਸੀਗਾ ਜਾਂ ਫਿਰ A0 ਸੀਗਾ। ਠੀਕ ਹੈ, ਸੋ ਇਹੀ ਉਹਨੇ ਗੱਲ ਕਹਿਣ ਦੀ ਇੱਥੇ ਕੋਸ਼ਿਸ਼ ਕੀਤੀ ਆ ਕਿ MB BE ਸਟੈਟਿਕਸ ਦੇ ਵਿੱਚ ਤਾਂ ਐਨੀ ਨੰਬਰ ਆਫ ਪਾਰਟੀਕਲ ਆਕੂਪਾਈ ਕਰ ਸਕਦੇ ਫੇਸ, ਬਟ FD ਸਟੈਟਿਕਸ ਦੇ ਵਿੱਚ ਨੋ ਫੇਸ ਸੈੱਲ ਕੈਨ ਕੰਟੇਨ ਮੋਰ ਦੈਨ 1 ਪਾਰਟੀਕਲ। ਇੱਥੇ ਨੋ ਆਏਗਾ ਕਿ ਇਹਦੇ ਵਿੱਚ ਨੋ ਫੇਸ ਮਤਲਬ ਕੋਈ ਇੱਕ ਤੋਂ ਜ਼ਿਆਦਾ ਪਾਰਟੀਕਲ ਕੰਟੇਨ ਨਹੀਂ ਕਰ ਸਕਦਾ। ਸੌਰੀ ਇੱਥੇ ਮਿਸਟੇਕ ਹੋ ਗਈ ਸੀ, ਇਹਨੂੰ ਸਹੀ ਕਰ ਲੈਣਾ। ਠੀਕ ਹੈ, ਇਹ ਥੋੜ੍ਹਾ ਕਨਫਿਊਜ਼ਿੰਗ ਹੋ ਗਿਆ ਸੀ ਕਿ ਇਹਦੇ ਵਿੱਚ ਤਾਂ ਕੋਈ ਵੀ ਐਨੀ ਨੰਬਰ ਆਫ ਪਾਰਟੀਕਲ ਆਕੂਪਾਈ ਕਰ ਸਕਦੇ, ਬਟ FD ਸਟੈਟਿਕਸ ਦੇ ਵਿੱਚ ਨੋ ਫੇਸ ਸਪੇਸ ਸੈੱਲ ਕੈਨ ਆਕੂਪਾਈ ਜਾਂ ਕੰਟੇਨ ਮੋਰ ਦੈਨ 1 ਪਾਰਟੀਕਲ, ਮਤਲਬ
कोई भी फेस स्पेस सैल दे विच एक तो ज़्यादा पार्टिकल नहीं हो सकता। मैक्रो एंड माइक्रो स्टेट बहुत इंपॉर्टेंट है ये कि जे तो असीं एम्बी स्टैटिक्स की गल करिए जिहड़ियां मैक्रो स्टेट आ कैन हैव मोर दैन वन माइक्रो स्टेट, एक तो ज़्यादा माइक्रो स्टेट हो सकती, बट BEFD के केस ईच माइक्रो स्टेट हैव ओनली वन माइक्रो स्टेट, हर मैक्रो स्टेट के इक्को ही माइक्रो स्टेट होंदी है। सो टोटल मैक्रो स्टेट इन BE इज़ जनरली, सो ये ऑबवियसली ज़्यादा हुई ना। हाँ एक ये भी गल याद रखियो BE च ज़्यादा होंदियां किद्दां, जे तुसीं एक वीडियो देखी वो मैं तुहानूं दिखाया सी ये केस N+1 सी ना, ये की हो सकता एक फेस पिल्स एक तो ज़्यादा पार्टिकल तो हो ही नहीं सकता है ना। सो इस करके ये केस के FD च घट जांदियां, BE दे विच ज़्यादा होंदियां FD नालों। क्लीयर। सो ये केस जो आप कढ़ते 2⁻² करते हैं तो 4 आ जाता सी, ये 2+1 BE च 3 आ जाता सीगा, बट ये इदा नहीं होंदा सी। ये की होंदा सी साडे कोल FD के केस की होंदा सीगा कि दो पार्टिकल जोड़े आ वो सेम फेस स्पेस सैल दे विच नहीं आ सकते, वो सिर्फ अलग अलग ही आ सकते हैं। क्लीयर जी। जिदा A0 या इधर 0 चल गया, इधर A आ गया, ठीक है। हुण ए तो सेम तो आने नहीं है। नैक्सट देखो उस तो बाद हैगा आ कंपैरिजन रेडिएशन लॉ का। एम्बी स्टैटिक्स कैन लीड टू रेलाइट जीन्स लॉ, ठीक है। इट गिव वीन्स लॉ एज वेल हैज़ हेल्प ऑफ क्वांटम थ्योरी बट डज नॉट लीड टू प्लैंक लॉ। एम्बी दे विच रेलाइट जीन लॉ भी हो जाएगा, अबे बीन लॉ भी, बट प्लैंक लॉ जोड़ा वो लीड नहीं करेगा इस थ्योरी तो। BE जी वो किनू लीड करती है प्लैंक लॉ नू। द रेलाइट जीन ला जोड़े स्पैशल केस बनते हैं प्लैंक लॉ के, ये आप कर चुके हैं पिछले, तुहानूं पता ही है। FD फेल हो जाता टू गिव द प्लैंक लॉ एंड हैंस कैन नॉट यूज टू ऑबटेन द रेलाइट जीन लॉ एंड वीन लॉ। सो ये तो ये जोड़े क्योंकि इनू तो फेल आ, सो ये क्योंकि ये स्पैशल केस थे हुण ये दोनों रेलाइट तो वीन ये स्पैशल केस आ, सो ये भी तो ओबे नहीं होणगे। सो जी क्लीयर है। नैक्सट मूव ऑन करते हैं। एनर्जी डिस्ट्रीब्यूशन ही बहुत ज़्यादा इंपॉर्टेंट है। आई थिंक मास्टर ग्रेडर च फॉर्मूला पूछा भी गया। MB के फॉर्मूला याद रखना NU/DU एनर्जी डिस्ट्रीब्यूशन लिए जोड़ा सी GU e⁻α e⁻U/KT/DU। हुण B च की हुंदा बस नीचे -1, FD च नीचे +1, इसलिए आप कीता सी ना ये मतलब कि जे मैं इत्थे जड़ा आ 1 या +1 हटा देवां तो यही मतलब एक दूजे स्पैशल केस ही बनते हैं। अगे हैगा क्वांटाइजेशन ऑफ एनर्जी। MB डज नॉट एज्यूम द क्वांटाइजेशन ऑफ एनर्जी बट जो BE/FD है वो बेस्ड है ऑन द एजम्पशन ऑफ क्वांटाइजेशन एनर्जी। ऑक्यूपेशन इंडैक्स बारे भी गल कर चुके हैं आप NI/GI बारे, ठीक है, कि किद्दां आपां NI/GI है जो डिपेंड करदा वैल्यू ऑफ मीन एनर्जी फॉर द वैल्यू ऑफ एनर्जी मच ग्रेटर दैन KT जोड़ा e⁻α e⁻UI/KT हो जाएगा लेस दैन 1, ठीक है। हैंस NI/GI अप्रॉक्सीमेटली इक्वल टू 1 e⁻α e⁻UI/KT फॉर ऑल 3 स्टैटिक्स, तिन्नां लई जिहड़ी अप्रॉक्सीमेट वैल्यू तुहानूं पुछी जा सकती है, ठीक है। से तुहानूं पता अगे कि जिहड़ा बहुत स्मॉल जिदा फॉर द वैल्यू ऑफ एनर्जी मच स्मॉलर दैन KT, ये तो गल कीती सी उपर जिदा आपां गल कीती है कि जो ज़्यादा लार्ज होंदी है, जो लैस दैन KT है फिर आपां निगलैक्ट नहीं कर सकते, कैन नॉट बी निगलैक्टेड एज कंपेयर टू 1। सो जो ऑक्यूपेशन इंडैक्स है 3 स्टैटिकली वो डिफरेंट फॉर्म लैंदा अलग अलग, ठीक है। वो असीं देखते किहड़ियां अलग अलग फॉर्म हैं। देखो ये केस देखो BE के केस MB एंड दिस वन अलग अलग दसे हुए सारे कि जिदा फॉर UI ग्रेटर दैन KT ऑक्यूपेशन इंडैक्स की होगा लेस दैन इक्वल टू 1। सो तिन्नां लई रिजल्ट दसिया कि BE लिए ऑक्यूपेशन इंडैक्स सब तो ज़्यादा होंदा, MB का उतों घट, FD का उतों घट। सो सब तो ज़्यादा पेपर पूछा जाता ऑक्यूपेशन इंडैक्स किहदा आ BE का। बोस-आइंस्टीन जिहड़ा आ वो वाले स्टैटिस्टिक्स लिए ऑक्यूपेशन इंडैक्स की आएगा सब तो ज़्यादा। सो कंपैरिजन औखा नहीं है, तुसीं मेन पॉइंट करने जिहड़े मैं तुहानूं दस्से, ठीक है। किहड़ा लॉ किह फॉलो होंदा ये भी जरूर करना है, ठीक है। प्लैंक लॉ जिहड़ा किहड़ा फॉलो करदा, किहड़ा फेल किहड़े लॉ लई हैगा, मैं सारे दस्से तुहानूं, ठीक है। सो ये इंपॉर्टेंट है कर लेना। थैंक्स फॉर वॉचिंग द वीडियो।